ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਪਰ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਅਮਿਤ ਸ਼ਾਹ ਦਾ ਜਿਹੜਾ ਬਿਆਨ ਆਇਆ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ, ਉਹਦੇ ਤੇ ਸਵਾਲ ਉੱਠ ਰਹੇ ਨੇ। ਦੀਪ ਸਿੱਧੂ ਨੂੰ ਪੁਲਿਸ ਦੁਬਾਰਾ ਲਾਲ ਕਿਲੇ ਤੇ ਲੈ ਕੇ ਗਈ ਹੈ ਸੀਨ ਰੀਕ੍ਰੀਏਟ ਕਰਨ ਵਾਸਤੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਦੁਸ਼ਯੰਤ ਚੌਟਾਲਾ ਦੇ ਜਿਹੜੇ ਫਾਦਰ ਹੈਗੇ ਆ, ਡਿਪਟੀ ਮੁੱਖ ਮੰਤਰੀ ਹਰਿਆਣਾ ਦੇ, ਉਹਦੇ ਜਿਹੜੇ ਫਾਦਰ ਹੈ ਅਜੇ ਚੌਟਾਲਾ, ਉਹਦੇ ਵੱਲੋਂ ਬਿਆਨ ਦਿੱਤਾ ਗਿਆ ਦੁਸ਼ਯੰਤ ਦੇ ਅਸਤੀਫੇ ਨੂੰ ਲੈ ਕੇ। ਤਾਂ ਸਭ ਤੋਂ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਧਰਨਿਆਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਸੁਣਾਇਆ ਗਿਆ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਧਰਨੇ ਨਹੀਂ ਲਗਾਈ ਜਾ ਸਕਦੇ ਆਪਣੀ ਮਰਜ਼ੀ ਦੇ ਨਾਲ ਲੋਕਾਂ ਦੇ ਵੱਲੋਂ, ਤੇ ਪੁਲਿਸ ਨੂੰ ਉਹ ਧਰਨੇ ਚੁਕਾਉਣ ਦੇ ਅਧਿਕਾਰ ਦਿੱਤੇ ਨੇ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਕੁਲਵੰਤ ਜੀ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਕੁਲਵੰਤ ਜੀ, ਸਭ ਤੋਂ ਪਹਿਲਾਂ ਜੇਕਰ ਗੱਲਬਾਤ ਕਰੀਏ, ਅਮਿਤ ਸ਼ਾਹ ਦਾ ਜਿਹੜਾ ਬਿਆਨ ਆਇਆ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ, ਦੁਬਾਰਾ ਜਦੋਂ ਬਿਆਨ ਆਉਂਦਾ ਹੈ ਤਾਂ ਦੁਬਾਰਾ ਇੱਕ ਵਾਰ ਫਿਰ ਤੋਂ ਉਹਦੇ ਤੇ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ। ਕਿਤੇ CAA ਮਾਮਲਾ ਉੱਠਦਾ, ਕਿਤੇ 370 ਮਾਮਲਾ ਉੱਠਦਾ ਹੈ, ਕਿਤੇ ਕਿਸਾਨ ਅੰਦੋਲਨ ਉੱਠਦਾ ਹੈ। ਜਦੋਂ ਵੀ ਕੋਈ ਜਿਹੜੀ ਸਰਕਾਰ ਹੈਗੀ ਆ ਕੋਈ ਬਿੱਲ ਲੈ ਕੇ ਆਉਂਦੀ ਆ ਤਾਂ ਹਰੇਕ ਬਿੱਲ ਦਾ ਇਹਨਾਂ ਦੇ ਵਿਰੋਧ ਕੀਤਾ ਜਾਂਦਾ ਹੈ। ਕਿਵੇਂ ਦੇਖਦੇ? ਦੇਖੋ ਸੁਖਵਿੰਦਰ ਜੀ, ਇਸ ਗੱਲ ਨੂੰ ਸਮਝਣ ਲਈ ਆਪਾਂ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਪਿਛਲੇ ਸਾਰੇ ਕਾਰਜਕਾਲ ਦੇ ਉੱਤੇ ਨਿਗਾਹ ਮਾਰਨੀ ਪਏਗੀ। ਜਦੋਂ ਤੋਂ ਇਹ ਸਰਕਾਰ ਜਿਹੜੀ ਆ ਇਹ ਹੋਂਦ 'ਚ ਆਈ ਹੈ, ਭਾਵੇਂ ਪਿਛਲੇ 5 ਸਾਲ ਦਾ ਕਾਰਜਕਾਲ ਲੈ ਲਓ, ਭਾਵੇਂ ਹੁਣ ਸਾਲ 1.5 ਸਾਲ ਜਿਹੜਾ ਹੋਇਆ ਹੁਣ ਦਾ ਲੈ ਲਓ, ਇਹ ਜਦੋਂ ਤੋਂ ਇਹ ਸਰਕਾਰ ਦੁਬਾਰਾ ਹੋਂਦ 'ਚ ਆਈ ਹੈ ਜਾਂ ਪਹਿਲਾਂ ਆਈ ਸੀ, ਉਦੋਂ ਤੋਂ ਲੈ ਕੇ ਜਿੰਨੇ ਵੀ ਇਹਨਾਂ ਵੱਲੋਂ ਫੈਸਲੇ ਲਏ ਗਏ ਨੇ ਉਹ ਸਾਰਿਆਂ ਦੇ ਉੱਤੇ ਵੱਡੇ ਵਿਵਾਦ ਖੜੇ ਹੋਏ ਨੇ। ਚਾਹੇ ਤੁਸੀਂ ਉਸ ਨੂੰ ਲੈ ਲਓ, ਨੋਟਬੰਦੀ ਨੂੰ ਲੈ ਲਓ, ਚਾਹੇ ਤੁਸੀਂ ਜਿਹੜਾ ਉਹ CAA ਨੂੰ ਲੈ ਲਓ, ਚਾਹੇ ਤੁਸੀਂ ਜਿਹੜਾ ਹੁਣ ਇਹਨਾਂ ਨੇ GST ਲਾਇਆ ਸੀ ਉਹ ਲੈ ਲਓ, ਅਤੇ ਚਾਹੇ ਤੁਸੀਂ 370 ਲੈ ਲਓ, ਚਾਹੇ ਹੁਣ ਜਿਹੜੇ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ, 3 ਖੇਤੀ ਕਾਨੂੰਨਾਂ ਨੂੰ ਲੈ ਕੇ, ਸਾਰੇ ਦੇ ਸਾਰੇ ਫੈਸਲੇ ਅਜਿਹੇ ਸਨ ਜਿਨ੍ਹਾਂ ਨਾਲ ਆਮ ਲੋਕਾਂ ਨੂੰ ਫਰਕ ਪੈਣ ਵਾਲਾ ਸੀ। ਹਾਲੇ ਤੱਕ ਅਜਿਹਾ ਕਦੇ ਵੀ ਨਹੀਂ ਹੋਇਆ ਸੀ ਜਿਹਦੇ ਨਾਲ ਆਮ ਲੋਕਾਂ ਨੂੰ ਫਰਕ ਪੈਂਦਾ ਹੋਵੇ। ਅਜਿਹੇ ਕੋਈ ਵਿਵਾਦ ਖੜੇ ਹੋਣ ਸਰਕਾਰਾਂ ਦੇ ਵਿਰੁੱਧ, ਆਮ ਲੋਕਾਂ ਨੂੰ ਫਰਕ ਪੈਣ ਵਾਲਾ ਸਿਰਫ ਇੱਕੋ ਹੀ ਪਿੱਛੇ ਜੇ ਵੱਡਾ ਅੰਦੋਲਨ ਖੜਾ ਹੋਇਆ ਸੀ, ਜਿਹੜਾ ਕਿ ਉਹ ਅੰਨਾ ਹਜ਼ਾਰੇ ਮੂਵਮੈਂਟ ਜਿਹੜੀ ਸਟਾਰਟ ਹੋਈ ਸੀ, ਉਸ ਦੌਰਾਨ ਜਿਹੜਾ ਸੀ ਉਹ ਇੱਕ ਲੋਕਪਾਲ ਦਾ ਗਠਨ ਕਰਨ ਲਈ ਜਿਹੜੀ ਉਹ ਗੱਲ ਕੀਤੀ ਗਈ ਸੀ। ਲੋਕਪਾਲ ਦੇ ਵਿੱਚ ਤਾਂ ਕਿ ਜਿਹੜਾ ਉਹ ਸਾਰਿਆਂ ਨੂੰ, ਮੰਤਰੀਆਂ, ਸੰਤਰੀਆਂ, ਪ੍ਰਧਾਨ ਮੰਤਰੀਆਂ ਤੇ ਸਾਰਿਆਂ ਨੂੰ ਜਿਹੜਾ ਉਹ ਭ੍ਰਿਸ਼ਟਾਚਾਰ ਦੇ ਜਿਹੜੇ ਉਹ ਦਾਇਰੇ ਦੇ ਵਿੱਚ ਲਿਆਂਦਾ ਜਾਵੇ, ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ, ਉਸ ਨੂੰ ਲੈ ਕੇ ਇੱਕ ਲੋਕ ਮਤ ਬਣੀ ਸੀ। ਉਹ ਜਿਹੜੀ ਚੀਜ਼ ਜੀ ਉਹ ਵੱਡੀ ਖੜੀ ਹੋਈ ਸੀ, ਲੇਕਿਨ ਉਹਦੇ 'ਚ ਆਮ ਲੋਕਾਂ ਨੂੰ ਜਿਹੜੀ ਉਹ ਇੱਕਦਮ ਫਰਕ ਪੈਣ ਵਾਲਾ ਸੀ, ਕਿਉਂਕਿ ਉਹ ਜਿਹੜਾ ਆਜ਼ਾਦੀ ਤੋਂ ਬਾਅਦ ਉਹ ਚੱਲਿਆ ਆ ਰਿਹਾ ਸੀ, ਪਰ ਉਹ ਉਸ ਨੂੰ ਸੁਧਾਰ ਕਰਨਾ ਚਾਹ ਰਹੇ ਸੀ। ਪਰ ਇੱਥੇ ਤਾਂ ਗਲ ਘੋਟਣ ਵਾਲੇ ਜਿਹੜੇ ਕਾਨੂੰਨ ਬਣਨੇ ਸ਼ੁਰੂ ਹੋ ਗਏ। ਜਿੰਨੇ ਵੀ ਕਾਨੂੰਨ ਬਣੇ ਉਹ ਸਾਰੇ ਦੇ ਸਾਰੇ ਜਿਹੜੇ ਜਾਂ ਮਾਮਲੇ ਫੈਸਲੇ ਲਏ ਗਏ, ਉਹ ਸਾਰੇ ਦੇ ਸਾਰੇ ਲੋਕਾਂ ਦਾ ਗਲ ਘੋਟਣ ਤੱਕ ਚਲੇ ਗਏ। ਅਤੇ ਜਦੋਂ ਲੋਕਾਂ ਦਾ ਗਲ ਘੋਟਣ ਤੱਕ ਚਲੇ ਗਏ ਤਾਂ ਉਸ ਮਾਮਲੇ ਦੇ ਵਿੱਚ ਲੋਕਾਂ ਦਾ ਰੋਹ ਜਾਗਣਾ ਜਾਇਜ਼ ਸੀ ਅਤੇ ਲਾਜ਼ਮੀ ਸੀ, ਜਾਇਜ਼ ਵੀ ਸੀ, ਅਤੇ ਉਹ ਚੀਜ਼ ਜਿਹੜੀ ਆ ਹੋਈ ਆ। ਹੁਣ ਅਗਰ ਦੇਖਿਆ ਜਾਵੇ ਤਾਂ ਨਾਗਰਿਕਤਾ ਸੋਧ ਦੀ ਗੱਲ ਆਪਾਂ ਜੇਕਰ ਕਰੀਏ ਤਾਂ ਪਿੱਛੇ ਜੇ ਨਾਗਰਿਕਤਾ ਸੋਧ ਜਦੋਂ 2019 ਦੇ ਵਿੱਚ ਕਾਨੂੰਨ ਜਿਹੜਾ ਇਹ ਬਣਾਇਆ ਇਹਨਾਂ ਨੇ, ਤਾਂ ਉਸ ਵੇਲੇ ਸ਼ਾਹੀਨ ਬਾਗ ਜਿਹੜਾ ਸੀ ਉਹ ਅੰਦੋਲਨ ਇੱਕ ਸ਼ੁਰੂ ਹੋਇਆ ਸੀ। ਉਹਦੇ ਨਾਨੀਆਂ ਦਾਦੀਆਂ ਦੇ ਅੰਦੋਲਨ ਦੇ ਨਾਲ ਉਹ ਬੜਾ ਮਸ਼ਹੂਰ ਹੋਇਆ ਸੀ। ਬਹੁਤ ਵੱਡੇ ਲੈਵਲ ਦੇ ਉੱਤੇ ਇਹ ਅੰਦੋਲਨ ਚੱਲਿਆ, 101 ਦਿਨ ਜਿਹੜਾ ਚੱਲਿਆ। ਹਾਲੇ ਆਪਣੇ ਕਿਸਾਨ ਅੰਦੋਲਨ ਨੂੰ ਤਾਂ ਜਿਹੜਾ ਹਾਲੇ 80 ਦਿਨ ਹੀ ਪਾਰ ਹੋਏ ਨੇ, ਲੇਕਿਨ ਉਹ 101 ਦਿਨ ਤੱਕ ਚੱਲਿਆ ਸੀ। ਅੰਤਰਰਾਸ਼ਟਰੀ ਪੱਧਰ ਤੱਕ ਜਿਹੜਾ ਸੀ ਉਹ ਮਾਮਲਾ ਗਿਆ ਸੀ, ਕਿਉਂਕਿ ਮੁਸਲਮਾਨ ਭਾਈਚਾਰੇ ਦਾ ਜਿਹੜਾ ਸੀ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਕਾਫੀ ਵੱਡਾ ਜਿਹੜੀ ਉਹਨਾਂ ਦੀ ਸੰਖਿਆ ਹੈਗੀ ਹੈ, ਇਸ ਕਰਕੇ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਜਿੰਨੇ ਵੀ ਦੇਸ਼ ਸੀਗੇ ਉਹਨਾਂ ਨੇ ਵੀ ਇਹਦਾ ਸਮਰਥਨ ਕੀਤਾ, ਅਤੇ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾ ਕੇ ਇਹ ਜਿਹੜਾ ਗੱਲਬਾਤ ਜਿਹੜੀ ਸੀ ਉਹ ਆਵਾਜ਼ ਉੱਠੀ ਸੀ। ਪਰ ਇਸ ਦੇ ਬਾਵਜੂਦ ਜਦੋਂ ਪੂਰੇ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਦਬਾਅ ਪੈਣਾ ਸ਼ੁਰੂ ਹੋਇਆ ਤਾਂ ਉਹ ਸ਼ਾਹੀਨ ਬਾਗ ਅੰਦੋਲਨ ਤਾਂ ਜਿਹੜਾ ਉਹ ਖਤਮ ਹੋ ਗਿਆ ਕਿਸੇ ਤਰੀਕੇ। ਪਰ ਇਹਦੇ ਨਾਲ ਨਾਲ ਜਿਹੜਾ ਉਹ ਸਰਕਾਰ ਨੇ ਉਹ ਕਾਨੂੰਨ ਜਿਹੜੇ 3 ਉਹ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਨੂੰ ਜਿਹੜਾ ਉਹਨਾਂ ਨੇ ਉਹ ਹਲੇ ਮੁਅੱਤਲੀ 'ਚ ਪਾਤਾ, ਉਹਨੂੰ ਠੰਡੇ ਬਸਤੇ 'ਚ ਪਾਤਾ ਸੀ। ਇਸੇ ਤਰ੍ਹਾਂ ਕਿਸਾਨ ਅੰਦੋਲਨ ਦੀ ਜੇਕਰ ਗੱਲ ਲੈ ਲਈਏ, 3 ਜਿਹੜੇ ਕਾਨੂੰਨ, ਖੇਤੀ ਕਾਨੂੰਨ ਬਣਾਏ ਜਾਂਦੇ ਨੇ, ਉਸ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਸਿਰਫ ਇੱਕ ਭਾਈਚਾਰੇ ਵੱਲੋਂ ਸੀ, ਲੇਕਿਨ ਇਹ ਪੂਰੇ ਦੇਸ਼ ਦੇ ਵਿੱਚ ਕਿਸਾਨੀ ਜਿਹੜੀ 80% ਜਿਹੜੀ ਆਪਾਂ ਅਗਰ ਦੇਖੀ ਜਾਵੇ ਜਨ ਅੰਦੋਲਨ ਹੋ ਗਿਆ ਨਾ, ਕਿਸਾਨ ਅੰਦੋਲਨ 80% ਜੇਕਰ ਆਪਾਂ ਆਬਾਦੀ ਦੇਖੀ ਜਾਵੇ ਤਾਂ ਉਹ ਕਿਸਾਨ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਸਾਰੇ ਮੰਨਦੇ ਹਾਂ। ਅਤੇ ਜੇਕਰ ਆਪਾਂ 80% ਆਬਾਦੀ ਜਿਹੜੀ ਆ ਪੂਰੇ ਦੇਸ਼ ਦੀ ਅਗਰ ਇਸ ਚੀਜ਼ ਦੇ ਵਿਰੁੱਧ ਦੇ ਵਿੱਚ ਖੜੀ ਹੋ ਜਾਵੇ ਤਾਂ ਵੱਡਾ ਅੰਦੋਲਨ ਮੰਨਿਆ ਜਾਂਦਾ। ਔਰ ਮੇਰੇ ਹਿਸਾਬ ਨਾਲ ਹੁਣ ਤੱਕ ਦਾ ਜਿਹੜਾ ਸਭ ਤੋਂ ਵੱਡਾ ਅੰਦੋਲਨ ਜੇਕਰ ਖੜਾ ਹੋਇਆ ਤਾਂ ਉਹ ਇਹੀ ਹੈ ਆਜ਼ਾਦੀ ਤੋਂ ਬਾਅਦ। ਜਿਹੜਾ ਮੈਨੂੰ ਲੱਗਦਾ ਵੀ ਆਜ਼ਾਦੀ ਦੇ ਵਿੱਚ ਵੀ ਮੈਨੂੰ ਲੱਗਦਾ ਇਸ ਲੈਵਲ ਦੇ ਉੱਤੇ ਜਿਹੜਾ ਉਹ ਸ਼ਾਇਦ ਇੰਨੀ ਵੱਡੀ ਭੀੜ ਜਿਹੜੀ ਉਹ ਇਕੱਠੀ ਨਹੀਂ ਹੋਈ ਹੋਣੀ। ਪਰ ਇਹਦੇ ਬਾਵਜੂਦ ਵੀ
ਹਾਲੇ ਤੱਕ ਸਰਕਾਰ ਜਿਹੜੀ ਆ ਉਹ ਟਸ ਤੋਂ ਮਸ ਨਹੀਂ ਹੋਈ। ਇੰਨਾ ਜ਼ਰੂਰ ਕਹਿਤਾ ਕਿ ਅਸੀਂ ਜਿਹੜਾ 1.5 ਸਾਲ ਲਈ ਜਿਹੜਾ ਇਹਨਾਂ ਕਾਨੂੰਨਾਂ ਨੂੰ ਮੁਅੱਤਲ ਕਰਨ ਲਈ ਤਿਆਰ ਹਾਂ। ਹੁਣ ਆਓ ਆਪਾਂ ਫੇਰ ਉਹੀ ਨਾਗਰਿਕਤਾ ਸੋਧ ਬਿੱਲ ਵਾਲੇ ਪਾਸੇ। ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੁਣ ਜਦੋਂ ਬੰਗਾਲ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ, ਉੱਥੇ ਚੋਣਾਂ ਜਿੱਤਣ ਲਈ ਉੱਥੇ ਦੇ ਕੁਝ ਇੱਕ ਖਾਸ ਭਾਈਚਾਰੇ ਨੂੰ ਖੁਸ਼ ਕਰਨ ਲਈ ਉੱਥੇ ਅਮਿਤ ਸ਼ਾਹ ਇਹ ਬਿਆਨ ਦਿੰਦੇ ਨੇ ਕਿ ਅਸੀਂ ਇਸ ਨਾਗਰਿਕਤਾ ਸੋਧ ਨੂੰ ਬਿੱਲ ਨੂੰ ਕਾਨੂੰਨ ਨੂੰ ਹਰ ਹਾਲਤ 'ਚ ਲਾਗੂ ਕਰਾਂਗੇ, ਜਿਹਨੂੰ ਪਹਿਲਾਂ ਰੋਕਿਆ ਗਿਆ ਸੀ ਹਰ ਹਾਲਤ 'ਚ ਲਾਗੂ ਕਰਾਂਗੇ। ਸਿਰਫ ਕਰੋਨਾ ਨੂੰ ਲੈ ਕੇ ਜਿਹੜਾ ਟੀਕਾਕਰਨ ਚੱਲ ਰਿਹਾ ਇਹਨੂੰ ਖਤਮ ਹੋ ਲੈਣ ਦਿਓ ਤੇ ਤਾਂ ਕਿ ਉੱਥੇ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ। ਇੱਥੇ ਇਹੀ ਸੁਣ ਕੇ ਕਿਸਾਨ ਅੰਦੋਲਨ 'ਚ ਬੈਠੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਦੇ ਕੰਨ ਖੜੇ ਹੋ ਗਏ ਵੀ ਜੇਕਰ ਉਹ ਅੰਦੋਲਨ 101 ਦਿਨ ਤੱਕ ਚੱਲਿਆ, ਉਸ ਨੂੰ ਕੁਛ ਚਿਰ ਲਈ ਠੰਡੇ ਬਸਤੇ ਲਈ ਪਾ ਕੇ ਦੁਬਾਰਾ ਇਹ ਜਦੋਂ ਉਸ ਨੂੰ ਲਾਗੂ ਕਰਨ ਦੀ ਗੱਲ ਕਰ ਰਹੇ ਨੇ, ਤਾਂ ਜਿਹੜਾ ਬਿੱਲ ਕਾਨੂੰਨ ਜਿਹੜਾ ਹੁਣ ਇਹਨਾਂ ਇਹ ਕਹਿ ਰਹੇ ਨੇ 1.5 ਸਾਲ ਲਈ ਅਸੀਂ ਮੁਅੱਤਲ ਕਰ ਦਾਂਗੇ, ਇਹ ਦੁਬਾਰਾ ਇਸ ਚੀਜ਼ ਨੂੰ ਲੈ ਕੇ ਆਉਣਗੇ ਨਹੀਂ ਕਰਨਗੇ। ਇਹਦੀ ਕੀ ਗਰੰਟੀ ਹੈ? ਇਹ ਚੀਜ਼ ਜਿਹੜੀ ਹੈ ਉਹ ਹੁਣ ਇੱਕ ਪਾਸੇ ਤਾਂ ਬਿਆਨ ਤੋਂ ਇਹ ਗਾਰੰਟੀ ਜ਼ਰੂਰ ਹੋਈ ਹੈ ਵੀ ਇਹਨੂੰ ਦੁਬਾਰਾ ਲੈ ਕੇ ਆਉਣਗੇ। ਹੁਣ ਇੱਕ ਪਾਸੇ ਤਾਂ ਆਪਾਂ ਦੇਖੀਏ ਕਿ ਉਹ 101 ਦਿਨ ਵਾਲਾ ਅੰਦੋਲਨ ਜਿਹੜਾ ਚੱਲਿਆ ਸੀ, ਉਸ ਭਾਈਚਾਰੇ ਨੂੰ ਜਿਹੜਾ ਉਹਨਾਂ ਨੇ ਆਪਣੇ ਵਿਰੁੱਧ ਕਰ ਲਿਆ, ਜਿਹੜਾ ਇੱਕ ਵੱਡੀ ਪੱਧਰ ਦੇ ਉੱਤੇ ਸੀਗਾ। ਦੂਜੇ ਪਾਸੇ ਕਿਸਾਨ ਅੰਦੋਲਨ ਦੇ ਲੋਕਾਂ ਨੂੰ ਜਿਹੜਾ ਉਹ ਮਨ 'ਚ ਸ਼ੰਕਾ ਪੈਦਾ ਕਰਤੀ ਤੇ ਉਹ ਹੋਰ ਜ਼ਿਆਦਾ ਮਜ਼ਬੂਤ ਹੋ ਗਈ। ਇਸ ਅੰਦੋਲਨ ਇਸ ਕਾਨੂੰਨ ਨੂੰ ਵਾਪਸ ਕਰਾ ਕੇ ਜਾਵਾਂਗੇ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਲਈ ਇਹ ਜਿਹੜੇ ਬਿਆਨ ਨੇ, ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ, ਇਹ ਗਲੇ ਦੀ ਹੱਡੀ ਬਣਨ ਵਾਲੇ ਨੇ ਤੇ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਜਿੱਤ EVM ਦੀ ਹੁੰਦੀ ਹੈ ਜਿਸ ਤਰ੍ਹਾਂ ਦੋਸ਼ ਲੱਗਦੇ ਨੇ ਕਿ ਜਾਂ ਫਿਰ ਜਨਤਾ ਦੀ ਹੁੰਦੀ ਹੈ। ਗੁਰਨਾਮ ਸਿੰਘ ਚੜੂਨੀ ਵੀ ਇਹ ਬਿਆਨ ਦੇ ਚੁੱਕੇ ਨੇ। ਗੁਰਨਾਮ ਸਿੰਘ ਚੜੂਨੀ ਕਹਿੰਦੇ ਕਿ ਜੇਕਰ MSP ਕਾਨੂੰਨ ਬਣਾਉਣ ਦੇ ਲਈ ਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਸਰਕਾਰ ਮੰਨਦੀ ਹੈ ਤਾਂ ਠੀਕ ਹੈ, ਨਤੀਜੀ ਮੰਗ EVM ਦੇ ਵੀ ਚੁੱਕਾਂਗੇ। ਬਿਲਕੁਲ, ਜਿਸ ਤਰ੍ਹਾਂ ਦੇ ਦੋਸ਼ ਹੁਣ ਲੱਗਦੇ ਆ ਰਹੇ ਨੇ। ਹੁਣ ਇੱਕ ਗੱਲ ਸੋਚੋ ਤੁਸੀਂ ਸੁਖਵਿੰਦਰ ਜੀ, ਇੱਕ ਆਪਾਂ ਜੇਕਰ ਬੰਦਾ ਕੋਈ ਦਿਮਾਗ ਰੱਖਦਾ, ਮੈਂ ਦਰਸ਼ਕਾਂ ਵੱਲ ਵੀ ਮੂੰਹ ਕਰਕੇ ਇਹ ਗੱਲ ਕਹਿ ਰਿਹਾ ਕਿ ਜੇਕਰ ਆਪਾਂ ਦਿਮਾਗ ਰੱਖਦੇ ਹਾਂ ਤਾਂ ਇੱਕ ਚੀਜ਼ ਸੋਚੋ ਜਰਾ ਕਿ ਕਿਸੇ ਵੀ ਸਿਆਸੀ ਜਮਾਤ ਨੂੰ ਅਗਰ ਸਰਕਾਰ ਬਣਾਉਣੀ ਹੈ ਤਾਂ ਵੋਟਾਂ ਦੀ ਜ਼ਰੂਰਤ ਹੁੰਦੀ ਹੈ ਤੇ ਜਿਸ ਤਰ੍ਹਾਂ ਦੇ ਫੈਸਲੇ ਭਾਰਤੀ ਜਨਤਾ ਪਾਰਟੀ ਸਰਕਾਰ ਲੈ ਰਹੀ ਹੈ ਪਿਛਲੇ ਸਮੇਂ ਦੇ ਦੌਰਾਨ, ਲੋਕ ਵਿਰੋਧੀ ਜਿਹੜੇ ਜਿਸ ਤਰ੍ਹਾਂ ਦਾ ਉਹਨਾਂ ਦੇ ਲੋਕ ਰੋਹ ਖੜਾ ਹੋ ਰਿਹਾ ਉਹਨਾਂ ਦੇ ਖਿਲਾਫ, ਕੀ ਲੱਗਦਾ ਕਿ ਇਹਨਾਂ ਨੂੰ ਆਪਣੀਆਂ ਵੋਟਾਂ ਦੀ ਫਿਕਰ ਹੈ? ਇੰਨਾ 80% ਜਿਹੜੀ ਆਬਾਦੀ ਜੇਕਰ ਆਪਾਂ ਆਪਣੇ ਵਿਰੁੱਧ ਕਰ ਲਈਏ, ਕੀ ਲੱਗਦਾ ਕਿ ਉਹਨਾਂ ਨੂੰ ਇਹਨਾਂ ਨੂੰ ਇਹਨਾਂ ਵੋਟਾਂ ਦੀ ਚਿੰਤਾ ਹੈ? ਵੋਟਾਂ ਦੀ ਕੋਈ ਚਿੰਤਾ ਨਹੀਂ। ਇਹ ਦੋਸ਼ ਹੁਣ ਜਿਹੜੇ ਮਜ਼ਬੂਤ ਹੁੰਦੇ ਜਾ ਰਹੇ ਨੇ ਕਿ ਇਹ ਜਿਹੜੀ ਜਿੱਤ ਹੋ ਰਹੀ ਸੀ ਹੁਣ ਤੱਕ, ਇਹ EVM ਦੀ ਹੋ ਰਹੀ ਸੀ, ਨਾ ਕਿ ਲੋਕਾਂ ਵੱਲੋਂ ਪਾਈਆਂ ਗਈਆਂ ਵੋਟਾਂ ਦੀ। ਇਹ ਕਿਉਂਕਿ ਇਹ ਦੋਸ਼ ਲੱਗਣੇ ਲਾਜ਼ਮੀ ਨੇ, ਕਿਉਂਕਿ ਜਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ, ਲੋਕਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ, ਵੋਟਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ, ਦੱਬਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਜੇਲ੍ਹਾਂ 'ਚ ਸੁੱਟਿਆ ਜਾ ਰਿਹਾ, ਮਾਰੇ ਜਾ ਰਹੇ ਨੇ ਲੋਕੀ, ਪਰ ਕਾਨੂੰਨ ਜਿਹੜੇ ਨੇ ਉਹ ਵਾਪਸ ਨਹੀਂ ਹੋ ਰਹੇ, ਫੈਸਲੇ ਵਾਪਸ ਨਹੀਂ ਹੋ ਰਹੇ। ਤਾਂ ਸਾਫ਼ ਜਿਹੜੇ ਨੇ ਦੋਸ਼ ਲੱਗਣੇ, ਜਿਹੜੇ ਕੰਨ ਖੜੇ ਕਰਨੇ ਹੋਣੇ ਜਿਹੜੇ ਲਾਜ਼ਮੀ ਨੇ ਕਿ ਇਹ ਵੋਟਾਂ ਤਾਂ ਇਹਨਾਂ ਨੂੰ ਪਰਵਾਹ ਹੈ ਹੀ ਨਹੀਂ, ਜਿੱਤ ਜਿਹੜੀ ਉਹ EVM ਦੀ ਹੋ ਰਹੀ ਹੈ ਤੇ ਇਹ ਜਿਹੜੀ ਇਸ ਤਰ੍ਹਾਂ ਦੀ ਮੰਗ ਉੱਠਣੀ ਬਿਲਕੁਲ ਜਾਇਜ਼ ਹੈ। ਤਾਂ ਜੇਕਰ ਗੱਲਬਾਤ ਕਰੀਏ 26 ਜਨਵਰੀ ਨੂੰ ਜੋ ਘਟਨਾਵਾਂ ਹੋਈਆਂ ਸੀ, ਉਸ ਮਾਮਲੇ ਦੇ ਵਿੱਚ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ, ਇੱਕ ਇਕਬਾਲ ਸਿੰਘ ਗ੍ਰਿਫਤਾਰ ਕੀਤੇ ਗਏ ਆ। ਕੁਝ ਦੇਰ ਪਹਿਲਾਂ ਦਿੱਲੀ ਪੁਲਿਸ ਉੱਥੇ ਲੈ ਕੇ ਗਈ ਆ ਦੀਪ ਸਿੱਧੂ ਨੂੰ ਤੇ ਇਕਬਾਲ ਸਿੰਘ ਨੂੰ ਸੀਨ ਰੀਕ੍ਰੀਏਟ ਉੱਥੇ ਕਰਨ ਦੇ ਲਈ ਲੈ ਕੇ ਗਏ ਆ। ਤਾਂ ਕਿਵੇਂ ਲੱਗਦਾ ਕਿ ਦੀਪ ਸਿੱਧੂ ਦੇ ਉੱਪਰ ਹੁਣ ਸਕੰਜਾ ਕੱਸਿਆ ਜਾ ਰਿਹਾ, ਜਾਂ ਜਿਵੇਂ ਲੋਕ ਸਵਾਲ ਚੁੱਕਦੇ ਨੇ ਕਿ ਸਿਰਫ ਇੱਕ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਬੀਜੇਪੀ ਦੇ ਵੱਲੋਂ, ਕਿਉਂਕਿ ਬੀਜੇਪੀ ਦਾ ਹੀ ਬੰਦਾ ਦੀਪ ਸਿੱਧੂ? ਦੇਖੋ, ਜਿਸ ਤਰ੍ਹਾਂ ਦੇ ਦੋਸ਼ ਲੱਗ ਕੇ ਸਾਹਮਣੇ ਆਏ ਨੇ ਕਿ ਬੀਜੇਪੀ ਦਾ ਬੰਦਾ ਸਿੱਧੂ, ਇਹ ਗੱਲ ਵੱਲ ਜਿਹੜਾ ਇਸ਼ਾਰਾ ਜਾਂ ਇਸ ਗੱਲ ਦਾ ਜਿਹੜਾ ਪਤਾ ਇਹ ਕੁਛ ਚਿਰ ਬਾਅਦ ਲੰਘ ਜਾਏਗਾ। ਹਾਲੇ ਤਾਂ ਸੀਨ ਜਿਹੜਾ ਰੀਕ੍ਰੀਏਟ ਹੋਏਗਾ, ਉੱਥੇ ਜਾ ਕੇ ਉਹਨੂੰ ਦਿਖਾਣ, ਪੁੱਛਣਗੇ ਵੀ ਦੱਸ ਤੂੰ ਕਿਸ ਤਰ੍ਹਾਂ ਉੱਪਰ ਚੜਿਆ, ਕਿਸ ਤਰ੍ਹਾਂ ਉੱਪਰ ਚੜਿਆ, ਕਿੱਦਾਂ ਜਾ ਕੇ ਤੂੰ ਉੱਥੇ ਝੰਡਾ ਲਾਇਆ, ਕੌਣ ਕੌਣ ਤੇਰੇ ਨਾਲ ਸੀ, ਝੰਡਾ ਲਾਉਣ ਤੋਂ ਬਾਅਦ ਤੂੰ ਕੀ ਕੀਤਾ। ਇਹ ਮੌਕੇ ਦੇ ਉੱਤੇ ਜੋ ਉਹਨੇ ਕੀਤਾ ਹੋਏਗਾ ਉਹ ਸਾਰਾ ਦਾ ਸਾਰਾ ਸੀਨ ਜਿਹੜਾ ਰੀਕ੍ਰੀਏਟ ਕਰ ਲਿਆ ਉਹਨਾਂ ਨੇ। ਪਰ ਇਹ ਸਿਰਫ ਇੱਕ ਕਾਨੂੰਨ ਦੀ ਮੰਗ ਹੈ ਜਿਹੜੀ ਉਹਨਾਂ ਨੇ ਉੱਥੇ ਕੀਤੀ ਹੈ। ਅਸਲ ਜਿਹੜੀ ਕਹਾਣੀ ਹੈ ਉਹ ਜਦੋਂ ਦਿੱਲੀ ਪੁਲਿਸ ਨੇ ਜਾ ਕੇ ਚਲਾਨ ਪੇਸ਼ ਕਰਨਾ, ਉੱਥੇ ਨਿਕਲ ਕੇ ਸਾਹਮਣੇ ਆਉਣੀ ਹੈ ਕਿ ਜੋ ਆਪਾਂ ਪੁਲਿਸ ਦੇ ਮਾਮਲੇ ਦੇ ਵਿੱਚ ਤਾਂ ਇੱਕ ਗੱਲ ਜਿਹੜੀ ਮਸ਼ਹੂਰ ਹੈ ਕਿ ਉਹ ਤਾਂ ਮੱਝ ਨੂੰ ਕੁੱਟ-ਕੁੱਟ ਕੇ ਕਹਾਲਣ ਵੀ ਮੈਂ ਸ਼ੇਰ ਹਾਂ, ਤੇ ਇਹ ਤੇ ਫਿਰ ਹਲੇ ਦੀਪ ਸਿੱਧੂ ਹੈ। ਜਾਂ ਫਿਰ ਲਾਲਚ ਦੇ ਕੇ ਸਾਮ-ਦਾਮ ਦੰਡ ਭੇਦ ਜਿਹੜੀਆਂ ਸਾਰੀਆਂ ਜਿਹੜੀਆਂ ਉਹਨਾਂ ਨੇ ਅਪਣਾਉਣੀਆਂ ਨੇ ਵੀ ਜੋ ਅਸੀਂ ਕਹਾਂਗੇ ਵੀ ਉਹਦੇ ਮੁਤਾਬਕ ਹੋਣਾ, ਜੋ ਇਸ ਵੇਲੇ ਕਿਸਾਨ ਅੰਦੋਲਨ ਦੇ ਵਿੱਚ ਚਰਚਾਵਾਂ ਛਿੜੀਆਂ ਹੋਈਆਂ ਨੇ। ਕਿ ਤੁਸੀਂ ਵੇਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਜਿਹੜਾ ਉਹ ਕਿਸ ਤਰ੍ਹਾਂ ਦੀਪ ਸਿੱਧੂ ਦਾ ਇਸਤੇਮਾਲ ਹੁੰਦਾ। ਦੀਪ ਸਿੱਧੂ ਬੰਦੇ ਉਹਨਾਂ ਦੇ ਹੈ ਨਹੀਂ ਹੈ, ਹਾਲੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਲੇਕਿਨ
ਜੋ ਕੁਝ ਵੀ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਚਲਾਨ ਪੇਸ਼ ਹੋਣਾ ਜਾਂ ਦਿੱਲੀ ਪੁਲਿਸ ਦਾ ਪਹਿਲਾ ਬਿਆਨ ਆਉਣਾ ਵੀ ਦੀਪ ਸਿੱਧੂ ਨੇ ਆਹ ਕਬੂਲ ਕੀਤਾ ਜਾਂ ਆਹ ਸਬੂਤ ਮਿਲੇ ਨੇ, ਉਹ ਚੀਜ਼ ਇੱਕਦਮ ਸਾਬਤ ਕਰ ਜੇਗੀ ਵੀ ਇਹ ਜਿਹੜਾ ਇਹ ਦੀਪ ਸਿੱਧੂ ਦੀ ਗ੍ਰਿਫਤਾਰੀ ਜਾਂ ਉਸ ਤੋਂ ਪਹਿਲਾਂ ਉਹਨਾਂ ਨੂੰ NIA ਦਾ ਨੋਟਿਸ ਜਾਣਾ ਜਾਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਨਾਮ ਜਿਹੜਾ ਉਹਨੇ ਨਾਲ ਜੋੜਨਾ ਆਪਣਾ ਖਾਲਸਾ ਏਡ ਦੇ ਨਾਲ ਨਾ ਸਿੱਖ ਫॉर ਜਸਟਿਸ ਦੇ ਨਾਲ ਜੋੜਨਾ, ਅੱਤਵਾਦੀ ਘਟਨਾਵਾਂ ਦੇ ਨਾਲ ਜੋੜਨਾ, ਉਹਨੂੰ ਖਾਲਿਸਤਾਨੀ ਜਿਹੜਾ ਝੰਡਾ ਜਾਂ ਜੋ ਨਿਸ਼ਾਨ ਸਾਹਿਬ ਉੱਥੇ ਲਾਉਣ ਦੀ ਗੱਲ ਕਰਨਾ, ਭੀੜ ਭੜਕਾਉਣਾ, ਕਿਸਾਨ ਅੰਦੋਲਨ ਜਿਹੜਾ ਢਾਹ ਲਾਉਣਾ, ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਨੇ ਇੰਟਰਕਨੈਕਟ ਹੋ ਜਾਣੀਆਂ, ਕੜੀ ਦਰ ਕੜੀ ਜੁੜ ਜਾਣੀਆਂ ਤੇ ਅੰਤ ਵਿੱਚ ਜਾ ਕੇ ਇਹੀ ਹੋਣਾ ਕਿ ਦੀਪ ਸਿੱਧੂ ਹੋਰੀ ਜਿਹੜੀ ਸੀਗੇ ਜੀ ਜੋ ਕੁਝ ਵੀ ਹੋਇਆ ਇਹ ਬਾਹਰੋਂ ਜਿਹੜਾ ਉਹ ਸਿੱਖ ਫॉर ਜਸਟਿਸ ਜਾਂ ਹੋਰ ਜਿਹੜੇ ਭਾਰਤ ਵਿਰੋਧੀ ਤੱਤ ਸੀਗੇ ਉਹਨਾਂ ਵੱਲੋਂ ਜਿਹੜਾ ਇਹ ਭੜਕਾ ਕੇ ਅੰਦੋਲਨ ਨੂੰ ਇਹ ਕਰਵਾਇਆ ਗਿਆ। ਕਿਸਾਨ ਨਹੀਂ ਹੈਗੇ, ਕਿਸਾਨ ਤਾਂ ਸਾਡੇ ਹੱਕ 'ਚ ਨੇ। ਇਹ ਜਿਹੜੇ ਲੋਕ ਬੈਠੇ ਨੇ ਜਾਂ ਇਹ ਖੱਬੇ ਪੱਖੀ ਪਾਰਟੀਆਂ ਦੇ ਨੇ, ਕਾਮਰੇਡ ਨੇ, ਤੇ ਜਾਂ ਫਿਰ ਇਹ ਲੋਕ ਜਿਹੜੇ ਨੇ ਉਹ ਉੱਥੇ ਬਾਹਰਲੇ ਜਿਹੜੇ ਲੋਕੀ ਨੇ ਭਾਰਤ ਵਿਰੋਧੀ ਤੱਤ ਨੇ ਉਹਨਾਂ ਵੱਲੋਂ ਜਿਹੜੇ ਇਹਨਾਂ ਨੂੰ ਉੱਥੇ ਭੇਜਿਆ ਗਿਆ। ਇਹੀ ਕਾਰਨ ਹੈ ਕਿ ਦੀਪ ਸਿੱਧੂ ਨੇ ਜਾ ਕੇ ਇਸ ਅੰਦੋਲਨ ਦੀ ਆੜ ਦੇ ਵਿੱਚ ਜਾ ਕੇ ਉੱਥੇ ਝੰਡਾ ਲਾਇਆ, ਅੰਦੋਲਨ ਦੀ ਆੜ ਜਾ ਕੇ ਉੱਥੇ ਹਿੰਸਾ ਭੜਕਾਈ, ਸਾਡੇ ਇੰਨੇ ਪੁਲਿਸ ਵਾਲੇ ਜ਼ਖਮੀ ਕਰਾਤੇ, ਭਾਰਤ ਨੂੰ ਬਦਨਾਮ ਕਰਤਾ, 26 ਜਨਵਰੀ ਵਾਲੇ ਦਿਹਾੜੇ ਨੂੰ ਜਿਹੜਾ ਉਹ ਬਦਨਾਮ ਕਰਤਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜੇ ਆਪਾਂ ਨੂੰ ਸੁਣਨ ਜਾਂ ਦੇਖਣ ਨੂੰ ਜਾਂ ਲਿਖਤ ਜਿਹੜੀ ਅਦਾਲਤੀ ਕਾਰਵਾਈਆਂ 'ਚ ਦੇਖਣ ਨੂੰ ਮਿਲੇ ਤਾਂ ਆਪਾਂ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਦੀਪ ਸਿੱਧੂ ਜਿਹੜਾ ਮੋਹਰਾ ਸੀ ਹੈ ਜਾਂ ਨਹੀਂ ਹੈ ਇਹ ਗੱਲ ਹਲੇ ਨਹੀਂ ਪਤਾ, ਕਿਉਂਕਿ ਜਦੋਂ ਤੱਕ ਚੀਜ਼ਾਂ ਸਾਬਤ ਨਹੀਂ ਹੋ ਜਾਂਦੀਆਂ ਉਦੋਂ ਤੱਕ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ। ਲੇਕਿਨ ਦਿੱਲੀ ਪੁਲਿਸ ਦੇ ਵੱਲੋਂ ਚਲਾਨ ਪੇਸ਼ ਕਰਨਾ ਜਾਂ ਉਹਦਾ ਬਿਆਨ ਆਉਣਾ ਇਹਦੇ ਤੇ ਨਿਗਾਹ ਸਾਰਿਆਂ ਦੀ ਟਿਕੀ ਹੋਈ ਆ ਵੀ ਇੱਥੇ ਨਿਕਲ ਕੇ ਕੀ ਸਾਹਮਣੇ ਆਏਗਾ। ਜੋ ਉੱਥੋਂ ਨਿਕਲ ਕੇ ਸਾਹਮਣੇ ਆ ਉਹ ਸਾਰੀਆਂ ਦੇ ਸਾਰੀਆਂ ਕੜੀਆਂ ਜੁੜ ਜਾਣਗੀਆਂ ਵੀ ਇੱਥੇ ਜੁੜਿਆ ਇਹ ਸਾਰਾ ਕੰਮ, ਕਿਉਂਕਿ ਇਹੀ ਚੀਜ਼ ਸਾਰੇ ਬੁੱਧੀਜੀਵੀ ਸੋਚ ਰਹੇ ਨੇ ਵੀ ਆਹ ਚੀਜ਼ ਨਿਕਲ ਕੇ ਆਉਣੀ ਹੈ ਤੇ ਇਹੀ ਚੀਜ਼ ਜੇ ਨਿਕਲ ਕੇ ਵੀ ਆ ਗਈ ਤਾਂ ਫਿਰ ਮਾਮਲਾ ਸਾਰਾ ਸਾਫ਼ ਹੋ ਜਾਏਗਾ। ਤਾਂ ਆਪਾਂ ਹਰਿਆਣਾ ਸਰਕਾਰ ਦੀ ਜੇਕਰ ਗੱਲ ਕਰੀਏ, ਹਰਿਆਣਾ ਸਰਕਾਰ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਦੁਸ਼ਯੰਤ ਚੌਟਾਲਾ, ਉਹਨਾਂ ਦੇ ਫਾਦਰ ਸਾਹਿਬ ਜਿਹੜੇ ਹੈਗੇ ਆ ਅਜੇ ਚੌਟਾਲਾ, ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਜਾਂਦਾ ਹੈ ਕਿ ਮੇਰੇ ਬੇਟੇ ਦਾ ਅਸਤੀਫਾ ਮੇਰੀ ਜੇਬ ਦੇ ਵਿੱਚ ਹੈ, ਜੇਕਰ ਕਿਸਾਨੀ ਅੰਦੋਲਨ ਦਾ ਅਸਤੀਫੇ ਦੇ ਨਾਲ ਹੱਲ ਹੁੰਦਾ ਤਾਂ ਅਸੀਂ ਅਸਤੀਫਾ ਦੇਣ ਨੂੰ ਤਿਆਰ ਹਾਂ, ਪਰ ਉਹਦੇ ਨਾਲ ਹੱਲ ਨਹੀਂ ਹੋਣ ਵਾਲਾ, ਕਿਸਾਨੀ ਅੰਦੋਲਨ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਕਿਉਂਕਿ ਇਹ ਸਰਕਾਰ ਦੇ ਜਿਹੜੇ ਹੈਗੇ ਕੇਂਦਰ ਸਰਕਾਰ ਨੇ ਇਹ ਬਣਾਏ ਗਏ ਆ ਕਾਨੂੰਨ ਤੇ ਕੇਂਦਰ ਸਰਕਾਰ ਇਹਦਾ ਹੱਲ ਕਰ ਸਕਦੀ ਹੈ। ਪਰ ਇੱਕ ਗੱਲ ਤਾਂ ਹੈ ਕਿ ਹੁਣ ਚੌਟਾਲਾ ਪਰਿਵਾਰ ਨੂੰ ਪਤਾ ਲੱਗਣ ਲੱਗ ਗਿਆ ਕਿ ਲੋਕ ਸਾਡਾ ਅਸਤੀਫਾ ਭਾਲਦੇ ਨੇ, ਲੋਕ ਚਾਹੁੰਦੇ ਨੇ ਕਿ ਅਸੀਂ BJP ਤੋਂ ਅਲੱਗ ਹੋ ਜਾਈਏ, ਤਾਂ ਸਰਕਾਰ ਇੱਕ ਵਾਰ ਫਿਰ ਵੈਂਟੀਲੇਟਰ ਤੇ ਦੇਖ ਰਹੀ ਹੈ ਕਿ ਹਰਿਆਣਾ ਸਰਕਾਰ। ਦੇਖੋ ਇਸ ਤਰ੍ਹਾਂ ਹੈ ਕਿ ਦੁਸ਼ਯੰਤ ਚੌਟਾਲਾ ਦੇ ਸਤਿਕਾਰਯੋਗ ਪਿਤਾ ਜੀ ਜਿਹੜੇ ਨੇ ਜੋ ਬਿਆਨ ਦੇ ਰਹੇ ਨੇ ਕਿ ਮੇਰੇ ਜੇਬ 'ਚ ਮੇਰੇ ਪੁੱਤਰ ਦਾ ਅਸਤੀਫਾ ਪਿਆ, ਮੈਂ ਜਦੋਂ ਚਾਹਾਂ ਅਸੀਂ ਦੇ ਸਕਦੇ ਹਾਂ। ਇਹ ਪਹਿਲਾਂ ਤਾਂ ਸਵਾਲ ਇੱਥੇ ਖੜਾ ਹੁੰਦਾ ਕਿ ਉਹਨਾਂ ਨੇ ਕੀ ਦੁਸ਼ਯੰਤ ਚੌਟਾਲਾ ਨੂੰ ਪੁੱਛ ਲਿਆ ਵੀ ਇਹ ਅਸਤੀਫਾ ਜਿਹੜਾ ਉਹ ਦੇਈਏ ਕਿ ਨਾ ਦੇ ਦੇਵਾਂ ਜਾਂ ਨਾ ਦੇਣਾ, ਜਾਂ ਫਿਰ ਅਸਤੀਫਾ ਉਸੇ ਨੇ ਲਿਖ ਕੇ ਉਹਨਾਂ ਦੀ ਜੇਬ 'ਚ ਪਾਇਆ, ਇਹਦੀ ਕੀ ਗਰੰਟੀ ਆ? ਕਿਉਂਕਿ ਜੇਕਰ ਅਜਿਹਾ ਹੀ ਹੁੰਦਾ ਤਾਂ ਆਪਾਂ ਪੰਜਾਬ ਦੇ ਵਿੱਚ ਇਹ ਚੀਜ਼ ਦੇਖ ਚੁੱਕੇ ਹਾਂ। ਪਰਮਿੰਦਰ ਢੀਂਡਸਾ ਤੇ ਸੁਖਦੇਵ ਸਿੰਘ ਢੀਂਡਸਾ ਦੇ ਮਾਮਲੇ ਵਿੱਚ ਉਹ ਵੀ ਦੋਨੇ ਪਿਓ ਪੁੱਤਰ ਸੀਗੇ ਹੈਗੇ ਨੇ, ਤੇ ਉਹਨਾਂ ਨੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਆਪਾਂ ਇਸ ਲੈਵਲ ਤੱਕ ਜਿਹੜੀ ਗੱਲ ਹੋ ਗਈ ਸੀ ਕਿ ਪਰਮਿੰਦਰ ਢੀਂਡਸਾ ਨੂੰ ਉਹਨਾਂ ਦੇ ਪਿਤਾ ਨੇ 1000 ਵਾਰ ਕਹਿਤਾ ਹੋਣਾ ਵੀ ਤੁਸੀਂ ਅਕਾਲੀ ਦਲ ਦਾ ਰਹਿ ਕੇ ਤੁਸੀਂ ਆਪਣਾ ਹੋਂਦ ਗਵਾਓਗੇ, ਇਹਨਾਂ ਦੀ ਟਿਕਟ ਦੇ ਉੱਤੇ ਚੋਣ ਨਾ ਲੜੋ। ਉਹਨਾਂ ਨੇ ਇੱਥੇ ਤੱਕ ਗੱਲ ਹੋ ਗਈ ਸੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਵਖਰੇਵਾਂ ਆ ਗਿਆ, ਪਰ ਇਹਦੇ ਬਾਵਜੂਦ ਵੀ ਜਿਹੜਾ ਉਹ ਪਰਿਵਾਰ ਪ੍ਰਚਾਰ ਕਰਨ ਵੀ ਨਹੀਂ ਆਏ ਸੀ। ਹਾਂ, ਨਹੀਂ ਆਏ। ਸੁਖਦੇਵ ਸਿੰਘ ਢੀਂਡਸਾ ਪ੍ਰਚਾਰ, ਉਹਨਾਂ ਨੇ ਤਾਂ ਇੱਥੋਂ ਤੱਕ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਇਹਨਾਂ ਨੇ ਸੁਖਬੀਰ ਬਾਦਲ ਨੇ ਉਹਨਾਂ ਦੇ ਪਰਿਵਾਰ ਤੋੜਤਾ, ਇਹਨਾਂ ਨੇ ਆਪਣਾ ਪਰਿਵਾਰ ਤਾਂ ਹਾਲਾਤ ਇਦਾਂ ਦੇ ਨੇ ਆਪਣੀ ਟਿਕਟ ਸੱਟ ਗਿਆ। ਹਾਂ, ਕੰਧ ਉੱਪਰ ਦੀ ਟਿਕਟ ਸੱਟ ਗਿਆ ਉਹਨਾਂ ਦੇ ਘਰ। ਤੁਸੀਂ ਆਪਾਂ ਅਗਰ ਦੇਖਿਆ ਜਾਵੇ ਤਾਂ ਉਹ ਦੇਖੋ ਕਿ ਉਸ ਦੇ ਬਾਵਜੂਦ ਵੀ ਉਹਨਾਂ ਨੇ ਚੋਣ ਵੀ ਲੜੀ, ਪ੍ਰਚਾਰ ਵੀ ਕੀਤਾ ਪਰਮਿੰਦਰ ਢੀਂਡਸਾ ਵਾਲਾ ਨੇ, ਤੇ ਹਾਰ ਵੀ ਹਾਲੀ। ਜਦੋਂ ਸਾਰਾ ਕੁਝ ਹੱਥੋਂ ਗਵਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਅਸਤੀਫਾ ਦੇ ਕੇ ਤੇ ਫਿਰ ਆਪਣੇ ਪਿਤਾ ਦੇ ਨਾਲ ਚਲੇ ਗਏ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹੀ ਕੁਝ ਜਿਹੜਾ ਉਹ ਜੇ ਉਹਨਾਂ ਦੇ ਪਿਤਾ ਜੀ ਕਹਿ ਰਹੇ ਨੇ ਦੁਸ਼ਯੰਤ ਚੌਟਾਲਾ ਦੇ, ਤਾਂ ਉਹਨਾਂ ਨੂੰ ਪਹਿਲਾਂ ਪੁੱਛ ਤਾਂ ਲੈਣ ਵੀ ਇਹ ਉਹਨਾਂ ਨੇ ਆਪਾਂ ਵਾਕਈ ਅਸਤੀਫਾ ਉਹਨਾਂ ਨੇ ਕੀਤਾ ਹੋਇਆ ਜਾਂ ਫਿਰ ਉਹਨਾਂ ਨੇ ਆਪਣੀ ਜੇਬ 'ਚ ਆਪਣੇ ਆਪ ਲਿਖ ਕੇ ਰੱਖ ਰੱਖਿਆ ਵੀ ਕੋਈ ਮੈਂ ਦਸਤਖਤ ਕਰਾ ਲਾਂਗਾ ਇਹਨਾਂ ਤੋਂ ਬਾਅਦ 'ਚ ਜਦੋਂ ਮੈਂ ਜੀ ਕਰੇਗਾ। ਪਹਿਲਾਂ ਪੁੱਛ ਤਾਂ ਲੈਣ, ਕਿਉਂਕਿ ਸੱਤਾ ਦੇ ਲਾਲਚ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਵੀ ਆਪਣੇ ਪਿਤਾ ਤੇ ਭਰਾਵਾਂ ਨੂੰ ਮਰਾਉਂਦੇ ਆਏ ਨੇ, ਤੇ ਇੱਥੇ ਦਾ ਉਹ ਸੱਤਾ ਤੇ ਬੈਠਾ ਪਹਿਲਾਂ ਆਲਰੇਡੀ, ਉਹਨੂੰ ਥੱਲੇ ਲਾ ਲੈਣਗੇ। ਮੈਨੂੰ ਨਹੀਂ ਲੱਗਦਾ ਕਿ ਜਿਹੜਾ ਉਹ ਜਲਦੀ ਲਾਣਗਾ। ਹਾਂ, ਇੰਨਾ ਜ਼ਰੂਰ ਹੈ ਵੀ ਜੇ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜ਼ਰੂਰ ਲਾ ਦੇਣਗੇ, ਤੇ ਐਸਾ ਲਾਉਣਗੇ ਕਿ ਹਾਲਾਤ ਜਿਹੜੇ ਨੇ ਉਹਨਾਂ ਦੇ ਇਸ ਤਰ੍ਹਾਂ ਦੇ ਬਣ ਜਾਣੇ ਨੇ ਕਿ ਉਹਨਾਂ ਨੂੰ ਦੁਬਾਰਾ ਕੋਈ ਕਿਸੇ ਨੇ ਜਿਹੜੇ ਸਿਆਸਤ ਦੇ ਵਿੱਚ ਜਿਹੜਾ ਉਹਨਾਂ ਨੂੰ ਕਬੂਲ ਨਹੀਂ ਕਰਨਾ। ਹਾਲਾਤ ਤੁਸੀਂ ਦੇਖ ਸਕਦੇ ਹੋ ਪਿਛਲੇ ਸਮੇਂ ਦੇ ਦੌਰਾਨ ਜਿੰਨੀਆਂ ਵੀ ਪਾਰਟੀਆਂ ਅਗਰ ਇਸ ਤਰ੍ਹਾਂ ਦੀਆਂ ਹੋਇਆ, ਉਹਨਾਂ ਦੀ ਹੋਂਦ ਜਿਹੜੀ ਆ ਉਹ ਲਗਭਗ ਜਿਹੜੀ ਉਹ ਸਿਰੇ ਲਾਤੀ ਲੋਕਾਂ ਨੇ। ਹੁਣ ਗੱਲ ਫੇਰ ਉੱਥੇ ਆ ਜਾਏਗੀ ਕਿ EVM ਦੀ, ਹੁਣ ਜਿੱਤ EVM ਦੀ ਹੁੰਦੀ ਹੈ ਕਿ ਲੋਕਾਂ ਦੇ ਦੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਬਿਲਕੁਲ।
ਤਾਂ ਹੁਣ ਜੇਕਰ ਆਖਰੀ ਸਵਾਲ ਦੀ ਗੱਲਬਾਤ ਕਰੀਏ, ਕਿਹੜਾ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ, ਬੜਾ ਅਹਿਮ ਫੈਸਲਾ ਆਇਆ ਧਰਨੇ ਨੂੰ ਲੈ ਕੇ। ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸ਼ਾਹੀਨ ਬਾਗ ਦੇ ਮਾਮਲੇ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ। ਹਾਲਾਂਕਿ ਕਿਸਾਨ ਅੰਦੋਲਨ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ ਅਸੀਂ ਲੋਕਾਂ ਨੂੰ ਨਹੀਂ ਰੋਕ ਸਕਦੇ ਧਰਨਿਆਂ ਤੋਂ, ਕਿਉਂਕਿ ਇਹ ਲੋਕਾਂ ਦਾ ਆਪਣਾ ਅਧਿਕਾਰ ਹੈ। ਕਿਉਂਕਿ ਸਰਕਾਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਪਟੀਸ਼ਨਾਂ ਪਾਈਆਂ ਗਈਆਂ ਸੀ ਕਿ ਸਾਨੂੰ ਦਿੱਕਤਾਂ ਆਉਂਦੀਆਂ, ਅੰਦੋਲਨ ਚੁਕਾਇਆ ਜਾਵੇ, ਪਰ ਸੁਪਰੀਮ ਕੋਰਟ ਨੇ ਕਹਿ ਕੇ ਟਾਲਤਾ ਸੀ ਕਿ ਅਸੀਂ ਨਹੀਂ ਠਾ ਸਕਦੇ, ਲੋਕਾਂ ਦਾ ਅਧਿਕਾਰ ਆ। ਹੁਣ ਸ਼ਾਹੀਨ ਬਾਗ ਦੀ ਇੱਕ ਪਟੀਸ਼ਨ ਪਾਈ ਹੋਈ ਸੀ, ਉਹਦੇ ਤੇ ਫੈਸਲਾ ਦਿੱਤਾ ਕਿ ਲੋਕਾਂ ਕੋਲ ਇਹ ਅਧਿਕਾਰ ਨਹੀਂ ਹੈ ਕਿ ਆਪਣੀ ਮਰਜ਼ੀ ਨਾਲ ਕਿਤੇ ਵੀ ਬੈਠ ਕੇ ਧਰਨਾ ਲਾ ਦੇਣ। ਜੇਕਰ ਉਹ ਇਹਦੀ ਉਲੰਘਣਾ ਕਰਦੇ ਆ ਇਸ ਅਧਿਕਾਰ ਦੀ, ਤਾਂ ਫਿਰ ਪੁਲਿਸ ਨੂੰ ਅਧਿਕਾਰ ਹੈਗਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਧਰਨਾ ਉਠਾ ਸਕਦੀ। ਦੇਖੋ ਸੁਖਵਿੰਦਰ ਜੀ, ਇੱਥੇ ਮੈਂ ਫੇਰ ਉਹੀ ਗੱਲ ਤੇ ਆਵਾਂਗਾ ਕਿ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਦੇ ਫੈਸਲੇ ਸੁਪਰੀਮ ਕੋਰਟ ਵੱਲੋਂ ਆਏ ਨੇ, ਉਹਨੂੰ ਲੈ ਕੇ ਉਂਗਲਾਂ ਚੁੱਕੀਆਂ ਗਈਆਂ ਨੇ। ਤੇ ਉਸ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਜੇਕਰ ਕੋਈ ਵੀ ਭਾਰਤ ਦਾ ਨਾਗਰਿਕ, ਜੇ ਉਸ ਨੂੰ ਕੋਈ ਤਕਲੀਫ ਹੁੰਦੀ ਸੀ ਤਾਂ ਉਹ ਕਹਿੰਦਾ ਸੀ ਮੈਂ ਚੱਲਿਆ ਕੋਰਟ, ਮੈਂ ਚੱਲਿਆ ਅਦਾਲਤ ਦੇ ਵਿੱਚ, ਮੈਂ ਤੇਰੇ ਖਿਲਾਫ ਕੇਸ ਕਰੂੰਗਾ, ਮੈਂ ਤੇਰੇ ਖਿਲਾਫ ਆਹ ਕਰ ਦੂੰਗਾ, ਅਦਾਲਤ ਦੇਖੇਗੀ ਤੈਨੂੰ, ਮੈਂ ਤੈਨੂੰ ਕੋਰਟ 'ਚ ਦੇਖਾਂਗਾ। ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਪਹਿਲਾਂ ਬਾਬਰੀ ਮਸਜਿਦ ਦੇ ਉੱਤੇ ਲੈ ਕੇ ਜਿਹੜਾ ਉਹ ਫੈਸਲਾ ਆਉਂਦਾ, ਜਿਹੜੇ ਜੱਜ ਉਸ ਦਾ ਫੈਸਲਾ ਦਿੰਦੇ ਨੇ ਉਹਨਾਂ ਨੂੰ ਰਾਜ ਸਭਾ ਦੀ ਸੀਟ ਦੇ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਇੱਕ ਹੋਰ ਫੈਸਲਾ ਆਉਂਦਾ ਕਿਸਾਨੀ ਅੰਦੋਲਨ ਨੂੰ ਲੈ ਕੇ, ਕਹਿੰਦੇ ਜੀ 4 ਮੈਂਬਰੀ ਕਮੇਟੀ ਬਣਾ ਦਿੱਤੀ ਜਾਂਦੀ ਹੈ। 4 ਮੈਂਬਰੀ ਕਮੇਟੀ ਜਿਹੜੀ ਬਣਦੀ ਹੈ ਉਹ ਬੰਦਿਆਂ ਦੀ ਬਣ ਜਾਂਦੀ ਹੈ ਜਿਹੜੇ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਲਿਖ ਰਹੇ ਨੇ, ਪ੍ਰਚਾਰ ਕਰ ਰਹੇ ਨੇ। ਉਹਨੂੰ ਲੈ ਕੇ ਜੋ ਫੈਸਲਾ ਆਉਂਦਾ ਹੈ ਉਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ। ਪਹਿਲੀ ਵਾਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸਾਨਾਂ, ਦੇਸ਼ ਦੇ ਨਾਗਰਿਕਾਂ ਨੇ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਤੋਂ ਇਨਕਾਰ ਕਰਤਾ। ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਹੁਣ ਸੁਪਰੀਮ ਕੋਰਟ ਜਾਂ ਅਦਾਲਤਾਂ ਦੇ ਜਿਹੜੀ ਆ ਉਹਨਾਂ ਤੇ ਉਂਗਲਾਂ ਚੁੱਕੀਆਂ ਜਾਣ ਲੱਗ ਪਈਆਂ ਨੇ। ਹੁਣ ਅਗਰ ਜਿਹੜੀ ਇਸ ਤਰ੍ਹਾਂ ਹੁਣ ਇਹ ਤੀਜਾ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦਾ ਸ਼ਾਹੀਨ ਬਾਗ ਮਾਮਲੇ ਨੂੰ ਲੈ ਕੇ ਹੁਣ ਫੈਸਲਾ ਆਇਆ ਕਿ ਇਹ ਲੋਕ ਜਿਹੜੇ ਨੇ ਉਹ ਕਿਤੇ ਉਂਝ ਵੀ ਕਿਤੇ ਨਹੀਂ ਜਾ ਕੇ ਉਹ ਦੇ ਸਕਦੇ, ਧਰਨਾ ਨਹੀਂ ਦੇ ਸਕਦੇ, ਹਰ ਜਗ੍ਹਾ ਦੇ ਉੱਤੇ ਜਾ ਕੇ ਧਰਨਾ ਨਹੀਂ ਦਿੱਤਾ ਜਾ ਸਕਦਾ। ਇਸ ਮਾਮਲੇ ਨੂੰ ਲੈ ਕੇ ਅਗਰ ਆਪਾਂ ਇਹ ਸਵਾਲ ਚੱਕੀਏ ਕਿ ਕਾਨੂੰਨ ਤਾਂ ਪਹਿਲਾਂ ਵੀ ਇਹੀ ਹੈ ਕਿ ਜੇ ਬਿਨਾਂ ਇਜਾਜ਼ਤ ਧਰਨਾ ਨਹੀਂ ਦਿੱਤਾ ਜਾ ਸਕਦਾ, ਪਰ ਇਹਦੇ ਬਾਵਜੂਦ ਵੀ ਜਿਹੜੇ ਆ ਉਹ ਧਰਨੇ ਦਿੱਤੇ ਜਾ ਰਹੇ ਨੇ, ਇਹਦੇ ਬਾਵਜੂਦ ਵੀ ਰੇਲਾਂ ਰੋਕੀਆਂ ਜਾ ਰਹੀਆਂ ਨੇ, ਇਹਦੇ ਬਾਵਜੂਦ ਵੀ ਜਿਹੜੀਆਂ ਉਹ ਨੈਸ਼ਨਲ ਹਾਈਵੇ ਰੋਕੇ ਜਾ ਰਹੇ ਨੇ। ਕਾਨੂੰਨ ਤਾਂ ਇੱਥੇ ਕਹਿੰਦਾ ਵੀ ਨੈਸ਼ਨਲ ਹਾਈਵੇ ਤੁਸੀਂ ਰੋਕੋਗੇ ਤਾਂ ਉਹਨਾਂ ਦੇ ਖਿਲਾਫ ਪਰਚਾ ਹੁੰਦਾ, ਪਰਚਾ ਦਰਜ ਵੀ ਹੋ ਜਾਂਦਾ ਉਹਨਾਂ ਦੇ ਉੱਤੇ, ਆਪਣਾ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਉੱਤੇ। ਅੱਜ ਤੱਕ ਕਿਹਦੀ ਗ੍ਰਿਫਤਾਰੀ ਹੋ ਗਈ? ਕਿਸੇ ਦੀ ਗ੍ਰਿਫਤਾਰੀ ਵੀ ਨਹੀਂ ਹੋਈ। ਕਾਨੂੰਨ ਤਾਂ ਜਿਹੜੇ ਆ ਉਹ ਰੇਲ ਰੋਕਣ ਦੇ ਉੱਤੇ ਵੀ ਜਿਹੜਾ ਉਹ ਬੜਾ ਸਖਤ ਹੈਗਾ ਵੀ ਰੇਲ ਦੇ ਤੁਸੀਂ ਰੇਲ ਕ੍ਰੋਸਿੰਗ ਵੀ ਜਿਹੜੇ ਪਟਰੀ ਨੂੰ ਕ੍ਰੋਸ ਵੀ ਨਹੀਂ ਕਰ ਸਕਦੇ, ਉਹਦੇ ਉੱਤੇ ਵੀ ਹਜ਼ਾਰਾਂ ਜਿਹੜੇ ਲੋਕ ਜਿਹੜੇ ਨੇ ਉਹ ਰੇਲ ਰੋਜ਼ ਕ੍ਰੋਸ ਵੀ ਕਰਦੇ ਨੇ, ਧਰਨੇ ਵੀ ਲੱਗ ਰਹੇ ਨੇ, ਰੇਲਾਂ ਵੀ ਰੋਕੀਆਂ ਜਾ ਰਹੀਆਂ ਨੇ, ਹੋਰ ਬਹੁਤ ਕੁਝ ਕੀਤਾ ਜਾ ਰਿਹਾ। ਕਿਹਦੀਆਂ ਗ੍ਰਿਫਤਾਰੀਆਂ ਹੋ ਗਈਆਂ? ਇਹ ਇੱਕ ਕਾਨੂੰਨ ਦੀ ਜਿਹੜੀ ਅਗਰ ਗੱਲ ਕੀਤੀ ਜਾਵੇ ਤਾਂ ਕਾਨੂੰਨ ਜਿੱਥੇ ਉੱਥੇ ਹੀ ਲਾਗੂ ਕਰਤਾ ਜਾਂਦਾ ਜਿੱਥੇ ਸਰਕਾਰਾਂ ਚਾਹੁੰਦੀਆਂ ਨੇ ਆਪਣੇ ਪੱਖ ਦੇ ਵਿੱਚ, ਜਿੱਥੇ ਸਰਕਾਰਾਂ ਨਹੀਂ ਚਾਹੁੰਦੀਆਂ ਉੱਥੇ ਜਿਹੜਾ ਉਹਨੂੰ ਢਿੱਲ ਦੇਣੀ ਆ ਜਾਂ ਅੱਖਾਂ ਪਰੋਖੇ ਕਰ ਦੇਣਾ ਮਾਮਲਾ ਜਿਹੜਾ ਇਹ ਆਮ ਗੱਲ ਹੋ ਚੁੱਕੀ ਹੈ। ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈਗਾ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਕਾਨੂੰਨ ਨੂੰ ਦੇਖ ਕੇ ਕਿਤਾਬ ਪੜ੍ਹ ਕੇ ਉਹਨਾਂ ਨੇ ਦੱਸਤਾ, ਜਿਸ ਤਰ੍ਹਾਂ ਦੀ ਮੰਗ ਹੋਈ ਉਹਦੇ ਮੁਤਾਬਕ ਉਹਨਾਂ ਨੇ ਦੱਸਤਾ। ਲੇਕਿਨ ਇਸ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਦਾ ਚਰਚਾ ਛਿੜੀ ਹੈ ਉਹ ਇਹ ਹੈ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਹੁਣ ਲੋਕੀ ਜਿਹੜੇ ਨੇ ਉਹ ਮੰਨਣ ਤੋਂ ਇਨਕਾਰੀ ਹੋ ਗਏ ਨੇ। ਸੁਪਰੀਮ ਕੋਰਟ ਨੂੰ ਲਾ ਲਓ, ਅਦਾਲਤਾਂ ਨੂੰ ਲੈ ਕੇ ਲਾ ਲਓ, ਇਹ ਅਦਾਲਤਾਂ ਨੂੰ ਹੁਣ ਚਾਹੀਦਾ ਕਿ ਆਪਣੇ ਜੇਕਰ ਉਹਨਾਂ ਨੇ ਸਾਖ ਬਹਾਲ ਰੱਖਣੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਫ੍ਰੀ ਐਂਡ ਫੇਅਰ ਹੋ ਕੇ ਜਿਹੜੇ ਆ ਆਪਣੇ ਫੈਸਲੇ ਦੇਣੇ ਪੈਣਗੇ। ਕਿਸੇ ਵੀ ਦਬਾਅ ਹੇਠ ਜਾਂ ਲਾਲਚ ਹੇਠ ਲੱਗ ਕੇ ਜਿਹੜਾ ਉਹ ਫੈਸਲੇ ਜੇਕਰ ਕੋਈ ਵੀ ਕੀਤੇ ਜਾਂਦੇ ਨੇ ਜਿੱਦਾਂ ਦੇ ਦੋਸ਼ ਲੱਗ ਰਹੇ ਨੇ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤੀ ਸਿਸਟਮ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਹੋ ਜਾਣਾ। ਲੋਕਾਂ ਨੇ ਆਪ ਖੁਦਰੀਆਂ ਦੇ ਉੱਤੇ ਉਤਰ ਆਉਣਾ, ਫੈਸਲੇ ਆਪ ਕਰਨ ਲੱਗ ਪੈਣੇ ਨੇ, ਜੰਗਲ ਰਾਜ ਜਿਹੜਾ ਉਹ ਕਾਇਮ ਹੋ ਜਾਣਾ। ਤੇ ਮੈਨੂੰ ਨਹੀਂ ਲੱਗਦਾ ਜਿਹੜਾ ਕਿ ਇੱਕ ਜਿਹੜਾ ਸੱਭਿਅਕ ਸਮਾਜ ਦੇ ਵਿੱਚ ਜੰਗਲ ਰਾਜ ਜਿਹੜਾ ਉਹ ਜ਼ਿਆਦਾ ਦੇਰ ਚੱਲ ਪਏਗਾ। ਉਹ ਇੱਕ ਸਮਾਜ ਨੂੰ ਜਿਹੜਾ ਉਹ ਦੇਸ਼ ਨੂੰ ਜਿਹੜਾ ਉਹ ਖਤਮ ਕਰਨ ਵੱਲ ਲੈ ਜਾਏਗਾ। ਗੱਲਬਾਤ ਕਰਨੀ, ਧੰਨਵਾਦ, ਬਹੁਤ ਧੰਨਵਾਦ ਜੀ। ਆਏ ਸਨ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਕੁਲਵੰਤ ਸਿੰਘ ਹੋਰਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਨਵੀਆਂ ਤੇ ਕੁਝ ਵੱਡੀਆਂ ਖਬਰਾਂ ਦੇ ਨਾਲ। ਤਦ ਤੱਕ ਦੀ ਇਜਾਜ਼ਤ, ਧੰਨਵਾਦ।